ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਮਾਡਰਨ ਹਿਸਟਰੀ ਦਾ ਪਾਰਟ 9 ਲੈ ਕੇ ਹਾਜ਼ਰ ਹੋਏ ਹਾਂ। ਪਹਿਲੇ 8 ਪਾਰਟ ਆਪਾਂ ਆਲਰੇਡੀ ਅਪਲੋਡ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਉੱਥੋਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ। ਤਾਂ ਪਲੇਲਿਸਟ ਦੇ ਵਿੱਚ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਤੁਸੀਂ ਸਾਰੀਆਂ ਵੀਡੀਓ ਜਾ ਕੇ ਦੇਖੋ ਤਾਂ ਕਿ ਤੁਹਾਡੇ ਪੇਪਰ ਦੀ ਤਿਆਰੀ ਵਧੀਆ ਹੋ ਸਕੇ। ਤਾਂ ਇਹ ਜਿਹੜੇ ਪਹਿਲੇ 10 ਪਾਰਟ ਆਉਣੇ ਨੇ ਇਹ ਤੁਹਾਡੇ ਰਿਵੀਜ਼ਨ ਪਰਪਸ ਦੇ ਲਈ ਨੇ, ਜਿਹਦੇ ਵਿੱਚ 10 ਮਿੰਟ ਦੀ ਵੀਡੀਓ ਹੈ, 10-10 MCQ ਨੇ। ਇਸ ਤੋਂ ਬਾਅਦ ਜਿਹੜੀਆਂ ਵੀਡੀਓਜ਼ ਆਉਣਗੀਆਂ ਉਹ ਤੁਹਾਡਾ ਟੌਪਿਕ ਵਾਈਜ਼ ਤੁਹਾਡੀ ਰਿਵੀਜ਼ਨ ਕਰਵਾਈ ਜਾਊਗੀ। ਮਤਲਬ ਟੌਪਿਕ ਵਾਈਜ਼ ਘੰਟੇ ਅੱਧੇ ਘੰਟੇ ਦੀਆਂ ਵੀਡੀਓ ਆਉਣਗੀਆਂ, ਇਕੱਲਾ ਟੌਪਿਕ ਤੁਹਾਨੂੰ ਉਹਦੇ ਵਿੱਚ ਪੋਲੀਟੀ, ਹਿਸਟਰੀ, ਜੋਗਰਾਫੀ, ਪੰਜਾਬ GK, ਠੀਕ ਹੈ, ਇਕੱਲਾ ਟੌਪਿਕ ਹੈ ਜਿਹੜਾ ਉਹ ਕਵਰ ਕਰਵਾਇਆ ਜਾਊਗਾ। ਜਿਹੜੀ ਆਪਣੀ ਪੰਜਾਬ GK ਦੀ ਸੀਰੀਜ਼ ਚੱਲ ਰਹੀ ਹੈ ਉਹ ਇਹ ਨਹੀਂ ਕਿ ਸਿਰਫ ਮੇਨ ਐਗਜ਼ਾਮ ਦੇ ਲਈ ਹੈ, ਉਹ ਜਿਹੜਾ ਪੰਜਾਬੀ ਦਾ ਪਹਿਲਾ ਪੇਪਰ ਹੋਣਾ ਉਹਦੇ ਲਈ ਵੀ ਬਹੁਤ ਇੰਪੋਰਟੈਂਟ ਹੈ। ਉਹਦੇ ਵਿੱਚ ਵੀ ਤੁਹਾਨੂੰ ਇਹ ਆਪਣੀ ਸੀਰੀਜ਼ ਦੇ ਵਿੱਚੋਂ ਬਹੁਤ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ, ਠੀਕ ਹੈ ਜੀ। ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹ ਆਪਾਂ ਸਟਾਰਟ ਕਰਦੇ ਹਾਂ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਪਹਿਲਾ ਜਿਹੜਾ ਕੁਐਸਚਨ ਹੈ ਉਹ ਕਾਂਗਰਸ ਦੇ 1909 ਦੇ ਸੈਸ਼ਨ ਦਾ ਸਰਪ੍ਰਸਤ ਕੌਣ ਸੀ? ਹੂ ਵਾਜ਼ ਦੀ ਪ੍ਰੈਜ਼ੀਡੈਂਟ ਆਫ 1909 ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ? ਚਾਰ ਤੁਹਾਡੇ ਕੋਲ ਆਪਸ਼ਨ ਨੇ, ਅੰਬੇਕਾ ਚਰਨ ਮਜ਼ੂਮਦਾਰ, ਮਦਨ ਮੋਹਨ ਮਾਲਵੀయ, CR ਦਾਸ ਜਾਂ ਮਹਾਤਮਾ ਗਾਂਧੀ। ਕਾਂਗਰਸ ਦੇ ਵੈਸੇ ਬਹੁਤ ਸਾਰੇ ਸੈਸ਼ਨ ਹੋਏ ਨੇ, ਬਟ ਜਿਹੜੇ ਇੰਪੋਰਟੈਂਟ ਨੇ, ਜਿਹੜੇ ਪਿਛਲੇ ਪੇਪਰਾਂ ਦੇ ਵਿੱਚ ਪੁੱਛੇ ਗਏ ਨੇ ਅਤੇ ਅੱਗੇ ਵੀ ਪੁੱਛੇ ਜਾਣਗੇ, ਉਹ ਆਪਾਂ ਇਸ ਵੀਡੀਓ ਦੇ ਵਿੱਚ ਸਾਰੇ ਸੈਸ਼ਨ ਤੁਹਾਡੇ ਕੰਪਲੀਟ ਕਰਵਾਏ ਜਾਣਗੇ। ਤਾਂ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖੋ ਤਾਂ ਕਿ ਜਿਹੜਾ ਜਿੰਨੇ ਵੀ ਸੈਸ਼ਨ ਕਾਂਗਰਸ ਦੇ ਹੋਏ ਨੇ ਉਹਨਾਂ 'ਚੋਂ ਜੇ ਤੁਹਾਨੂੰ ਕੁਐਸਚਨ ਆਵੇ ਤਾਂ ਤੁਸੀਂ ਕਦੇ ਗਲਤ ਨਾ ਕਰਕੇ ਆਓ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 2, ਮਦਨ ਮੋਹਨ ਮਾਲਵੀయ। ਜਿਹੜਾ 1909 ਦਾ ਸੈਸ਼ਨ ਹੋਇਆ ਸੀ ਕਾਂਗਰਸ ਦਾ, ਉਹਦਾ ਜਿਹੜਾ ਪ੍ਰੈਜ਼ੀਡੈਂਟ ਸੀ ਉਹ ਸੀ ਮਦਨ ਮੋਹਨ ਮਾਲਵੀਆ। ਅਤੇ ਸੈਸ਼ਨ ਹੋਇਆ ਕਿੱਥੇ ਸੀ? ਲਾਹੌਰ ਦੇ ਵਿੱਚ ਹੋਇਆ ਸੀ, ਠੀਕ ਹੈ ਜੀ। ਤਾਂ 1909 ਦਾ ਇੰਪੋਰਟੈਂਟ ਕਿਉਂਕਿ ਇਸ ਟਾਈਮ 'ਤੇ ਮੋਰਲੇ ਮਿੰਟੋ ਰਿਫਾਰਮ ਆਇਆ ਸੀਗਾ, ਜਿਹਦੇ ਵਿੱਚ ਸੈਪਰੇਟ ਇਲੈਕਟੋਰੇਟ ਦੀ ਗੱਲ ਕੀਤੀ ਗਈ ਸੀ, ਠੀਕ ਹੈ। ਕਿਉਂਕਿ ਜਿਹੜਾ ਪਾਕਿਸਤਾਨ ਆਪਣਾ ਬਣਿਆ ਉਹਦੀ ਨੀਂਹ 1909 ਦੇ ਵਿੱਚ ਹੀ ਰੱਖੀ ਗਈ ਸੀ, ਕਿਉਂਕਿ ਮੁਸਲਮਾਨ ਅਤੇ ਆਪਣੇ ਹਿੰਦੂ ਭਾਈਚਾਰੇ ਦੇ ਵਿੱਚ ਅੰਗਰੇਜ਼ਾਂ ਨੇ ਫੁੱਟ ਪਾਉਣੀ 1909 ਦੇ ਵਿੱਚੋਂ ਹੀ ਸਟਾਰਟ ਕਰਤੀ ਸੀ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 2, ਮਦਨ ਮੋਹਨ ਮਾਲਵੀਆ। ਅਤੇ ਕਿੱਥੇ ਹੋਇਆ ਸੀ ਇਹ ਸੈਸ਼ਨ? ਲਾਹੌਰ ਦੇ ਵਿੱਚ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਕਾਂਗਰਸ ਦੇ 1916 ਦੇ ਸੈਸ਼ਨ ਦਾ ਸਰਪ੍ਰਸਤ ਕੌਣ ਸੀ? ਹੂ ਵਾਜ਼ ਦੀ ਪ੍ਰੈਜ਼ੀਡੈਂਟ ਆਫ 1916 ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ? ਚਾਰ ਆਪਸ਼ਨ ਨੇ ਤੁਹਾਡੇ ਕੋਲ, ਅੰਬੇਕਾ ਚਰਨ ਮਜ਼ੂਮਦਾਰ, ਸਰੋਜਨੀ ਨਾਇਡੂ, CR ਦਾਸ ਜਾਂ ਮਹਾਤਮਾ ਗਾਂਧੀ। 1916 ਦਾ ਸੈਸ਼ਨ ਕਿਉਂ ਇੰਪੋਰਟੈਂਟ ਹੈ? ਕਿਉਂਕਿ 1916 ਦੇ ਵਿੱਚ ਹੋਮ ਰੂਲ ਲੀਗ ਚੱਲੀ ਸੀ, ਬਾਲ ਗੰਗਾਧਰ ਤਿਲਕ ਦੁਆਰਾ ਚਲਾਈ ਗਈ ਸੀ, ਪੂਨੇ ਮਹਾਰਾਸ਼ਟਰ ਦੇ ਵਿੱਚੋਂ। ਇੱਕ ਇਹਨਾਂ ਨਾਲ ਮੈਡਮ ਸੀਗੇ ਐਨੀ ਬੈਸੈਂਟ, ਜਿਹੜੀ ਕਿ ਆਇਰਿਸ਼ ਮਹਿਲਾ ਸੀ, ਉਹਨਾਂ ਨੇ ਚਲਾਈ ਸੀ ਮਦਰਾਸ ਅਧਿਆਰ ਦੇ ਵਿੱਚੋਂ। ਇੱਕ 1916 ਦੇ ਵਿੱਚ ਲਖਨਊ ਪੈਕਟ ਹੋਇਆ ਸੀ, ਜਿਹਦੇ ਵਿੱਚ ਕਾਂਗਰਸ ਅਤੇ ਮੁਸਲਿਮ ਲੀਗ ਇਕੱਠੇ ਹੋਏ ਸੀ, ਤਾਂ ਕਰਕੇ ਇਹ ਸੈਸ਼ਨ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਕਾਂਗਰਸ ਦੀ ਜਿਹੜਾ ਰਿਪਰਜੈਂਟੇਟਿਵ ਕੌਣ ਸੀਗਾ? ਬਾਲ ਗੰਗਾਧਰ ਤਿਲਕ। ਅਤੇ ਮੁਸਲਿਮ ਲੀਗ ਦਾ ਕੌਣ ਸੀ? ਮੁਹੰਮਦ ਅਲੀ ਜਿੰਨਾ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 1, ਅੰਬੇਕਾ ਚਰਨ ਮਜ਼ੂਮਦਾਰ। ਅਤੇ ਇਹ ਸੈਸ਼ਨ ਕਿੱਥੇ ਹੋਇਆ ਸੀ? ਲਖਨਊ ਦੇ ਵਿੱਚ। ਤਾਂ ਇਹ ਤੁਸੀਂ ਯਾਦ ਵੀ ਰੱਖ ਸਕਦੇ ਹੋ ਕਿਉਂਕਿ ਲਖਨਊ ਪੈਕਟ ਹੋਇਆ ਸੀ। ਤਾਂ 1916 ਦਾ ਸੈਸ਼ਨ ਹੋਇਆ ਸੀ ਲਖਨਊ ਦੇ ਵਿੱਚ, ਅਤੇ ਪ੍ਰੈਜ਼ੀਡੈਂਟ ਕੌਣ ਸੀ? ਅੰਬੇਕਾ ਚਰਨ ਮਜ਼ੂਮਦਾਰ, ਜਿਹਨੂੰ ਤੁਸੀਂ ਇੰਗਲਿਸ਼ ਦੇ ਵਿੱਚ AC ਮਜ਼ੂਮਦਾਰ ਵੀ ਕਹਿ ਦਿੰਦੇ ਹੋ। ਤਾਂ ਉਹ ਇਹਨਾਂ ਦਾ ਪੂਰਾ ਨਾਂ ਹੈਗਾ ਅੰਬੇਕਾ ਚਰਨ ਮਜ਼ੂਮਦਾਰ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ ਕਾਂਗਰਸ ਦੇ 1917 ਦੇ ਸੈਸ਼ਨ ਦਾ ਸਰਪ੍ਰਸਤ ਕੌਣ ਸੀ? ਹੂ ਵਾਜ਼ ਦੀ ਪ੍ਰੈਜ਼ੀਡੈਂਟ ਆਫ 1917 ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ? ਐਨੀ ਬੈਸੈਂਟ, ਸਰੋਜਨੀ ਨਾਇਡੂ, CR ਦਾਸ ਜਾਂ ਮਹਾਤਮਾ ਗਾਂਧੀ। ਤਾਂ ਕਾਂਗਰਸ ਦੇ ਸਾਰੇ ਇੰਪੋਰਟੈਂਟ ਸੈਸ਼ਨ ਇਹ ਕਲਾਸ ਦੇ ਵਿੱਚ ਤੁਹਾਨੂੰ ਕਵਰ ਕਰਵਾਏ ਜਾਣਗੇ, ਵੀਡੀਓ ਨੂੰ ਐਂਡ ਤੱਕ ਦੇਖੋ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 1, ਐਨੀ ਬੈਸੈਂਟ, ਠੀਕ ਹੈ ਜੀ। ਤਾਂ ਇੱਕ ਕੁਐਸਚਨ ਇਹ ਵੀ ਆਉਂਦਾ ਹੁੰਦਾ ਕਿ ਇਹਨਾਂ ਵਿੱਚੋਂ ਕਾਂਗਰਸ ਦਾ ਪ੍ਰੈਜ਼ੀਡੈਂਟ ਕੌਣ ਨਹੀਂ ਰਿਹਾ? ਤਾਂ ਉਹਦੇ ਵਿੱਚ ਐਨੀ ਬੈਸੈਂਟ ਦੇ ਬੱਚੇ ਟਿਕ ਲਾ ਕੇ ਆਉਂਦੇ ਨੇ, ਠੀਕ ਹੈ, ਕਿਉਂਕਿ ਇਹਨਾਂ ਨੇ ਨਹੀਂ ਪੜ੍ਹਿਆ ਹੁੰਦਾ, ਆਪਣਾ ਇਹ ਸੈਸ਼ਨ ਨਹੀਂ ਪੜ੍ਹਿਆ ਹੁੰਦਾ ਕਿ 1917 ਦੇ ਸੈਸ਼ਨ ਦੇ ਵਿੱਚ ਇਹ ਪ੍ਰੈਜ਼ੀਡੈਂਟ ਐਨੀ ਬੈਸੈਂਟ ਰਹੇ ਨੇ, ਠੀਕ ਹੈ। ਤਾਂ ਜਿਹੜੇ ਸਟੂਡੈਂਟ ਨੇ ਉਹ ਐਨੀ ਬੈਸੈਂਟ 'ਤੇ ਟਿਕ ਲਾ ਕੇ ਆਉਂਦੇ ਨੇ। ਤਾਂ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਓ ਕਿ 1917 ਦਾ ਜਿਹੜਾ ਸੈਸ਼ਨ ਹੋਇਆ ਸੀ ਉਹਦੇ ਵਿੱਚ ਐਨੀ ਬੈਸੈਂਟ ਹੀ ਪ੍ਰੈਜ਼ੀਡੈਂਟ ਸੀ, ਠੀਕ ਹੈ ਜੀ। ਤਾਂ ਇਹ ਕਿੱਥੇ ਹੋਇਆ ਸੀ? ਕਲਕੱਤਾ ਦੇ ਵਿੱਚ ਹੋਇਆ ਸੀ, ਇਹ ਵੀ ਤੁਸੀਂ ਨਾਲ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਕਾਂਗਰਸ ਦੇ 1919 ਦੇ ਸੈਸ਼ਨ ਦਾ ਸਰਪ੍ਰਸਤ ਕੌਣ ਸੀ? ਹੂ ਵਾਜ਼ ਦੀ ਪ੍ਰੈਜ਼ੀਡੈਂਟ ਆਫ 1919 ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ? ਇਹ ਕਿਉਂ ਇੰਪੋਰਟੈਂਟ ਹੈ? ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 1919 ਦੇ ਵਿੱਚ ਕੀ ਹੋਇਆ ਸੀ? ਰੌਲਟ ਐਕਟ ਆਇਆ ਸੀ ਅਤੇ ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਸੀ, ਠੀਕ ਹੈ ਜੀ। ਇਹ ਤੁਹਾਨੂੰ ਯਾਦ ਹੋਣਾ ਚਾਹੀਦਾ। ਤਾਂ ਇਹ ਸੈਸ਼ਨ ਤਾਂ ਕਰਕੇ ਇੰਪੋਰਟੈਂਟ ਹੈ। ਤਾਂ ਚਾਰ ਤੁਹਾਡੇ ਕੋਲ ਆਪਸ਼ਨ ਨੇ, ਮੋਤੀ ਲਾਲ ਨਹਿਰੂ, ਸਰੋਜਨੀ ਨਾਇਡੂ, CR ਦਾਸ ਜਾਂ ਮਹਾਤਮਾ ਗਾਂਧੀ।
ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 1 ਮੋਤੀ ਲਾਲ ਨਹਿਰੂ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਅਤੇ ਇਹ ਸੈਸ਼ਨ ਹੋਇਆ ਕਿੱਥੇ ਸੀ? ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਇਹ ਤੁਹਾਨੂੰ ਯਾਦ ਰੱਖਣਾ ਸੌਖਾ ਹੀ ਹੈ ਕਿਉਂਕਿ 1919 ਦੇ ਵਿੱਚ ਜਲ੍ਹਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਸੀ, ਤਾਂ ਸੈਸ਼ਨ ਵੀ ਇਹ ਕਿੱਥੇ ਹੋਇਆ ਸੀ? ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਅਤੇ ਪ੍ਰੈਜ਼ੀਡੈਂਟ ਕੌਣ ਸੀ? ਮੋਤੀ ਲਾਲ ਨਹਿਰੂ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਾਂਗਰਸ ਦੇ 1924 ਦੇ ਸੈਸ਼ਨ ਦਾ ਸਰਪ੍ਰਸਤ ਕੌਣ ਸੀ? ਹੂ ਵਾਜ਼ ਦੀ ਪ੍ਰੈਜ਼ੀਡੈਂਟ ਆਫ 1924 ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ। 4 ਆਪਸ਼ਨ ਨੇ ਤੁਹਾਡੇ ਕੋਲ, ਮੋਤੀ ਲਾਲ ਨਹਿਰੂ, ਸਰੋਜਨੀ ਨਾਇਡੂ, CR ਦਾਸ ਜਾਂ ਮਹਾਤਮਾ ਗਾਂਧੀ। 1924 ਦੇ ਵਿੱਚ ਕੀ ਹੋਇਆ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ। ਆਪਾਂ ਜਿਹੜਾ ਇਹਦਾ ਮਾਡਰਨ ਹਿਸਟਰੀ ਦਾ ਪਹਿਲੀ ਕਲਾਸ ਹੈ ਜਿਹੜੀ ਆਪਣੀ, ਉਹਦੇ ਵਿੱਚ ਆਪਾਂ ਇਹ ਸਾਰੇ ਕੁਐਸਚਨ ਕਵਰ ਕੀਤੇ ਹੋਏ ਨੇ। 1924 ਦੇ ਵਿੱਚ HRA ਦੀ ਸਥਾਪਨਾ ਕੀਤੀ ਗਈ ਸੀ। ਰਾਮ ਪ੍ਰਸਾਦ ਬਿਸਮਿਲ, ਆਪਣੇ ਸਰਦਾਰ ਭਗਤ ਸਿੰਘ, ਇਹ ਸਾਰੇ ਉਹ ਪਾਰਟੀ ਦੇ ਮੈਂਬਰ ਸੀਗੇ। ਠੀਕ ਹੈ, HRA ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ। ਅਤੇ 1928 ਦੇ ਵਿੱਚ ਕਿਹਦੀ ਹੋਈ ਸੀ? HSRA ਦੀ। ਠੀਕ ਹੈ ਜੀ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ। ਠੀਕ ਹੈ, ਇਹ 2 ਕੁਐਸਚਨ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਆਪਣੇ ਸਾਰੇ ਸੈਸ਼ਨ ਇੰਪੋਰਟੈਂਟ ਨੇ। 1 ਤੋਂ ਲੈ ਕੇ 9 ਤੱਕ ਸਾਰੀਆਂ ਕਲਾਸਾਂ ਤੁਸੀਂ ਕੰਟੀਨਿਊ ਲਗਾਓ ਤਾਂ ਕਿ ਸਾਰੇ ਕੁਐਸਚਨ ਤੁਹਾਡੇ ਚੰਗੀ ਤਰ੍ਹਾਂ ਸਮਝ ਆ ਸਕਣ। ਠੀਕ ਹੈ ਜੀ, ਤਾਂ 1924 ਦਾ ਸੈਸ਼ਨ ਵੀ ਤਾਂ ਕਰਕੇ ਇੰਪੋਰਟੈਂਟ ਹੈ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 4 ਮਹਾਤਮਾ ਗਾਂਧੀ ਜੀ। ਕਿੱਥੇ ਹੋਇਆ ਸੀ ਇਹ ਸੈਸ਼ਨ? ਬੇਲਗਾਮ ਕਰਨਾਟਕਾ ਦੇ ਵਿੱਚ। ਠੀਕ ਹੈ ਜੀ, ਇਹ ਤੁਹਾਨੂੰ ਯਾਦ ਹੋਣਾ ਚਾਹੀਦਾ। ਤਾਂ ਇਹਦੇ ਪ੍ਰੈਜ਼ੀਡੈਂਟ ਕੌਣ ਰਹੇ ਨੇ? ਮਹਾਤਮਾ ਗਾਂਧੀ ਜੀ। ਕਾਂਗਰਸ ਦਾ 1924 ਦਾ ਸੈਸ਼ਨ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਕਾਂਗਰਸ ਦੇ 1925 ਦੇ ਸੈਸ਼ਨ ਦਾ ਸਰਪ੍ਰਸਤ ਕੌਣ ਸੀ? ਹੂ ਵਾਜ਼ ਦੀ ਪ੍ਰੈਜ਼ੀਡੈਂਟ ਆਫ 1925 ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ। 4 ਆਪਸ਼ਨ ਨੇ ਤੁਹਾਡੇ ਕੋਲ, ਮੋਤੀ ਲਾਲ ਨਹਿਰੂ, ਸਰੋਜਨੀ ਨਾਇਡੂ, CR ਦਾਸ ਜਾਂ ਮਹਾਤਮਾ ਗਾਂਧੀ। ਜੇਕਰ ਤੁਸੀਂ ਇਹ 10 ਸੈਸ਼ਨ ਆਪਣੇ ਕੰਪਲੀਟ ਕਰ ਲਏ ਤਾਂ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਇਹਦੇ ਵਿੱਚੋਂ ਤੁਹਾਨੂੰ ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਣਗੇ। ਠੀਕ ਹੈ, ਕਿਉਂਕਿ ਕਾਂਗਰਸ ਦੇ ਇਹ ਟੌਪਿਕ ਦੇ ਵਿੱਚੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਆਨਸਰ ਨੰਬਰ 2 ਸਰੋਜਨੀ ਨਾਇਡੂ। ਠੀਕ ਹੈ, ਕਿੱਥੇ ਹੋਇਆ ਸੀ ਇਹ ਸੈਸ਼ਨ? ਕਾਨਪੁਰ ਦੇ ਵਿੱਚ ਹੋਇਆ ਸੀ, 1925 ਦਾ ਸੈਸ਼ਨ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਕਾਂਗਰਸ ਦੇ 1931 ਦੇ ਸੈਸ਼ਨ ਦਾ ਸਰਪ੍ਰਸਤ ਕੌਣ ਸੀ? ਹੂ ਵਾਜ਼ ਦੀ ਪ੍ਰੈਜ਼ੀਡੈਂਟ ਆਫ 1931 ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ। ਮੋਤੀ ਲਾਲ ਨਹਿਰੂ, ਸਰੋਜਨੀ ਨਾਇਡੂ, CR ਦਾਸ ਜਾਂ ਵੱਲਭ ਭਾਈ ਪਟੇਲ। ਵੀਡੀਓ ਨੂੰ ਐਂਡ ਤੱਕ ਦੇਖਿਓ। ਠੀਕ ਹੈ, ਸਾਰੇ ਸੈਸ਼ਨ ਤੁਹਾਡੇ ਕੰਪਲੀਟ ਹੋ ਜਾਣਗੇ ਇੱਕੋ ਕਲਾਸ ਦੇ ਵਿੱਚ। ਠੀਕ ਹੈ ਜੀ, ਇਹ ਸੈਸ਼ਨ ਕਿਸੇ ਖਾਸ ਪਰਪਸ ਦੇ ਲਈ ਮਤਲਬ ਇੰਪੋਰਟੈਂਟ ਨੇ। ਵੈਸੇ ਤਾਂ ਸੈਸ਼ਨ ਤਾਂ ਬਹੁਤ ਹੋਏ ਨੇ ਕਾਂਗਰਸ ਦੇ, ਬਟ ਇਹੀ ਸੈਸ਼ਨ ਪੁੱਛੇ ਜਾਂਦੇ ਨੇ ਵਾਰ-ਵਾਰ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਆਨਸਰ ਨੰਬਰ 4 ਸਰਦਾਰ ਵੱਲਭ ਭਾਈ ਪਟੇਲ। ਠੀਕ ਹੈ ਜੀ, ਕਿੱਥੇ ਹੋਇਆ ਸੀ ਇਹ ਸੈਸ਼ਨ? ਕਰਾਚੀ ਦੇ ਵਿੱਚ ਹੋਇਆ ਸੀ, ਪਾਕਿਸਤਾਨ ਦੇ ਵਿੱਚ। ਰੈਜ਼ੋਲੂਸ਼ਨ ਔਨ ਫੰਡਾਮੈਂਟਲ ਰਾਈਟਸ, ਤਾਂ ਕਰਕੇ ਇਹ ਇੰਪੋਰਟੈਂਟ ਹੈ ਕਿਉਂਕਿ ਇੱਥੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਸੀ ਫੰਡਾਮੈਂਟਲ ਰਾਈਟਸ ਦੇ ਉੱਤੇ। ਇਹ ਕੁਐਸਚਨ ਵੀ ਆ ਜਾਂਦਾ ਹੈ ਕਿ ਕਿਹੜੇ ਸੈਸ਼ਨ ਦੇ ਵਿੱਚ ਫੰਡਾਮੈਂਟਲ ਰਾਈਟਸ ਦੇ ਉੱਤੇ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਸੀ? ਕਰਾਚੀ ਸੈਸ਼ਨ ਦੇ ਵਿੱਚ। ਕਦੋਂ ਹੋਇਆ ਸੀ? 1931 ਦੇ ਵਿੱਚ। ਅਤੇ ਪ੍ਰੈਜ਼ੀਡੈਂਟ ਕੌਣ ਸੀ? ਸਰਦਾਰ ਵੱਲਭ ਭਾਈ ਪਟੇਲ। ਠੀਕ ਹੈ ਜੀ, ਇਹ ਪੁੱਛਿਆ ਜਾਂਦਾ ਤੁਹਾਨੂੰ, ਤਾਂ ਬਹੁਤ ਇੰਪੋਰਟੈਂਟ ਹੈ। ਸਰਦਾਰ ਵੱਲਭ ਭਾਈ ਪਟੇਲ ਨੂੰ ਸਰਦਾਰ ਦੀ ਉਪਾਧੀ ਕਿਹਨੇ ਦਿੱਤੀ ਸੀ? ਇਹ ਕਦੋਂ ਦਿੱਤੀ ਗਈ ਸੀ? ਬਾਰਦੌਲੀ ਸੱਤਿਆਗ੍ਰਹਿ ਦੇ ਵਿੱਚ ਦਿੱਤੀ ਗਈ ਸੀ, ਪਿੰਡ ਦੀਆਂ ਔਰਤਾਂ ਵੱਲੋਂ। ਠੀਕ ਹੈ, ਜੇ ਕਈ ਵਾਰੀ ਆਪਸ਼ਨ ਦੇ ਵਿੱਚ ਪਿੰਡ ਦੀਆਂ ਔਰਤਾਂ ਨਹੀਂ ਆਉਂਦਾ, ਮਹਾਤਮਾ ਗਾਂਧੀ ਆ ਜਾਂਦਾ ਆਪਸ਼ਨ ਦੇ ਵਿੱਚ, ਤਾਂ ਉੱਥੇ ਤੁਸੀਂ ਮਹਾਤਮਾ ਗਾਂਧੀ ਟਿਕ ਕਰਕੇ ਆਉਣਾ। ਠੀਕ ਹੈ ਜੀ, ਤਾਂ ਇਹ ਸਾਰੇ ਆਪਾਂ ਜਿਹੜੇ ਕੁਐਸਚਨ ਨੇ ਇਹਦੇ ਨਾਲ ਰਿਲੇਟਡ ਆਪਾਂ ਸਾਰੇ ਪਿਛਲੇ ਸੈਸ਼ਨਾਂ ਦੇ ਵਿੱਚ ਕੰਪਲੀਟ ਕੀਤੇ ਹੋਏ ਨੇ। ਠੀਕ ਹੈ ਜੀ, ਤਾਂ ਕਰਕੇ ਤੁਹਾਨੂੰ ਮੈਂ ਕਹਿਣਾ ਕਿ ਪਿਛਲੇ ਜਿੰਨੇ ਵੀ ਸੈਸ਼ਨ ਨੇ ਸਾਰੇ ਤੁਸੀਂ ਲਗਾਓ। ਠੀਕ ਹੈ, 10 ਮਿੰਟ ਦੀ ਵੀਡੀਓ ਹੈ। ਠੀਕ ਹੈ, 10-10 ਕੁਐਸਚਨ ਨੇ, ਤਾਂ ਸਾਰੇ ਤੁਸੀਂ ਕੰਪਲੀਟ ਕਰੋ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਸਰਦਾਰ ਵੱਲਭ ਭਾਈ ਪਟੇਲ, ਕਰਾਚੀ ਸੈਸ਼ਨ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਹੈ ਚੌਰੀ ਚੌਰਾ ਹੱਤਿਆਕਾਂਡ ਦੌਰਾਨ ਭਾਰਤ ਦਾ ਗਵਰਨਰ ਜਨਰਲ ਵਾਇਸਰਾਏ ਕੌਣ ਸੀ? ਹੂ ਵਾਜ਼ ਦੀ ਗਵਰਨਰ ਜਨਰਲ ਵਾਇਸਰਾਏ ਆਫ ਇੰਡੀਆ ਡਿਊਰਿੰਗ ਦੀ ਚੌਰੀ ਚੌਰਾ ਇੰਸੀਡੈਂਟ 1922 1922 ਦੇ ਵਿੱਚ ਹੋਇਆ ਸੀ ਚੌਰੀ ਚੌਰਾ ਹੱਤਿਆਕਾਂਡ, ਤੁਹਾਨੂੰ ਪਤਾ ਹੀ ਹੈ। ਠੀਕ ਹੈ, ਚੌਰੀ ਚੌਰਾ ਹੱਤਿਆਕਾਂਡ ਦੌਰਾਨ ਇੰਡੀਅਨਸ ਨੇ ਜਿਹੜੇ ਅੰਗਰੇਜ਼ ਪੁਲਿਸਮੈਨ ਸੀ ਉਹਨਾਂ ਨੂੰ ਥਾਣੇ ਦੇ ਵਿੱਚ ਬੰਦ ਕਰਕੇ ਅੱਗ ਲਾਤੀ ਸੀ। ਠੀਕ ਹੈ, ਤਾਂ ਇਸੇ ਦੌਰਾਨ ਹੀ ਮਹਾਤਮਾ ਗਾਂਧੀ ਜੀ ਨੇ ਜਿਹੜਾ ਨਾਨ ਕੋਆਪਰੇਸ਼ਨ ਮੂਵਮੈਂਟ ਜਿਹੜਾ 1920 ਦੇ ਵਿੱਚ ਚਲਾਇਆ ਗਿਆ ਸੀ, ਤਾਂ ਉਹ ਵਾਪਸ ਲੈ ਲਿਆ ਸੀ ਕਿਉਂਕਿ ਉਹ ਵਾਇਲੇਸ਼ਨ ਨਹੀਂ ਚਾਹੁੰਦੇ ਸੀ। ਤਾਂ ਇਹਨਾਂ ਨੇ ਵਾਇਲੇਸ਼ਨ ਇੰਡੀਅਨਸ ਨੇ ਕਰਤੀ ਸੀ, ਤਾਂ ਇਹਨਾਂ ਨੇ ਵਾਪਸ ਲੈ ਲਿਆ ਸੀ ਉਹ ਆਪਣਾ ਨਾਨ ਕੋਆਪਰੇਸ਼ਨ ਮੂਵਮੈਂਟ। ਠੀਕ ਹੈ ਜੀ, ਤਾਂ ਕਿਹੜਾ ਸੀਗਾ ਉਦੋਂ ਉਹ ਵਾਇਸਰਾਏ ਜਾਂ ਗਵਰਨਰ ਜਨਰਲ? ਤਾਂ 4 ਆਪਸ਼ਨ ਨੇ, ਲਾਰਡ ਇਰਵਿਨ, ਲਾਰਡ ਵੈਲੇਸਲੀ, ਲਾਰਡ ਡਲਹੌਜੀ ਜਾਂ ਲਾਰਡ ਰੀਡਿੰਗ। ਇਹ ਨਹੀਂ ਹੈਗਾ ਆਪਾਂ 10 ਕੁਐਸਚਨ ਹੀ ਕਰਦੇ ਹਾਂ ਇੱਕ ਸੈਸ਼ਨ ਦੇ ਵਿੱਚ, ਤਾਂ ਇਹਦੇ ਵਿੱਚ ਆਪਾਂ 20 ਤੋਂ 25 ਕੁਐਸਚਨ ਆਪਾਂ ਕਵਰ ਕਰ ਲੈਂਦੇ ਕਿਉਂਕਿ ਇੱਕ ਕੁਐਸਚਨ ਦੇ ਨਾਲ ਆਪਾਂ 4-4 ਕੁਐਸਚਨ ਕਵਰ ਕਰ ਜਾਂਦੇ ਹਾਂ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਆਨਸਰ ਨੰਬਰ 4 ਲਾਰਡ ਰੀਡਿੰਗ ਸੀਗਾ ਉਸ ਵੇਲੇ। ਤਾਂ ਮੈਂ ਨੀਚੇ ਮੈਂਸ਼ਨ ਵੀ ਕੀਤਾ ਹੋਇਆ ਕਿ ਆਲਸੋ ਡਿਊਰਿੰਗ ਸਵਰਾਜ ਪਾਰਟੀ, ਕਿਉਂਕਿ ਸਵਰਾਜ ਪਾਰਟੀ ਕਦੋਂ ਬਣੀ ਸੀ? 1923 ਦੇ ਵਿੱਚ, CR ਦਾਸ ਅਤੇ ਮੋਤੀ ਲਾਲ ਨਹਿਰੂ ਦੁਆਰਾ। ਠੀਕ ਹੈ ਜੀ, ਤਾਂ 1923 ਵੇਲੇ ਵੀ ਇਹੀ ਸੀਗਾ
ਲॉर्ड ਰੀਡਿੰਗ। ਠੀਕ ਹੈ, ਤੇ ਚੌਰੀ ਚੌਰਾ ਹੱਤਿਆਕਾਂਡ ਜਾਂ ਸਵਰਾਜ ਪਾਰਟੀ ਦੋਨਾਂ 'ਚੋਂ ਕੋਈ ਵੀ ਆ ਜੇ ਤਾਂ ਕਿਹੜਾ ਸੀ? ਲॉर्ड ਰੀਡਿੰਗ। ਤਾਂ ਇਹ ਗਵਰਨਰ ਜਨਰਲ ਵਾਇਸਰਾਏ, ਵੈਸੇ ਮੈਂ ਪਿਛਲੇ ਸੈਸ਼ਨ ਦੇ ਵਿੱਚ ਸਾਰੇ ਇਹ ਕਵਰ ਕਰਵਾਏ ਹੋਏ ਨੇ ਕਿ ਕਿਹੜੀ ਘਟਨਾ ਦੌਰਾਨ ਕਿਹੜਾ ਵਾਇਸਰਾਏ ਸੀ। ਠੀਕ ਹੈ, ਤੇ ਤੁਸੀਂ ਪਿਛਲੀਆਂ ਸਾਰੀਆਂ ਵੀਡੀਓਜ਼ ਜਾ ਕੇ ਦੇਖੋ। ਅਗਲਾ ਜਿਹੜਾ ਆਪਣਾ ਕੁਐਸਚਨ ਵਾ, ਕ੍ਰਿਪਸ ਮਿਸ਼ਨ ਦੌਰਾਨ ਭਾਰਤ ਦਾ ਗਵਰਨਰ ਜਨਰਲ ਵਾਇਸਰਾਏ ਕੌਣ ਸੀ? ਜਿਹੜੇ ਰਹਿ ਗਏ ਸੀ ਉਹ ਮੈਂ ਇਸ ਸੈਸ਼ਨ ਦੇ ਵਿੱਚ ਰੱਖਦੇ ਇਹ ਕੁਐਸਚਨ। ਠੀਕ ਹੈ, ਤਾਂ ਹੂ ਵਾਜ਼ ਦੀ ਗਵਰਨਰ ਜਨਰਲ ਵਾਇਸਰਾਏ ਆਫ ਇੰਡੀਆ ਡਿਊਰਿੰਗ ਕ੍ਰਿਪਸ ਮਿਸ਼ਨ, ਜਿਹੜਾ ਕਿ ਮਾਰਚ 1942 ਦੇ ਵਿੱਚ ਆਇਆ ਸੀ। ਠੀਕ ਹੈ, ਤਾਂ ਇਸੇ ਦੌਰਾਨ ਹੀ 8 ਅਗਸਤ 1942 ਨੂੰ ਕੀ ਚੱਲੀ ਸੀ? ਕੁਇਟ ਇੰਡੀਆ ਮੂਵਮੈਂਟ। ਜਦੋਂ ਮਹਾਤਮਾ ਗਾਂਧੀ ਜੀ ਨੇ ਕਾਹਦਾ ਨਾਅਰਾ ਦਿੱਤਾ ਸੀ? ਡੂ ਔਰ ਡਾਈ, ਕਰੋ ਜਾਂ ਮਰੋ ਦਾ ਨਾਅਰਾ ਕਦੋਂ ਦਿੱਤਾ ਗਿਆ? ਇਹ ਵੀ ਕੁਐਸਚਨ ਆਉਂਦਾ। ਤਾਂ ਉਹ 8 ਅਗਸਤ 1942 ਨੂੰ ਕੁਇਟ ਇੰਡੀਆ ਮੂਵਮੈਂਟ ਵੇਲੇ। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਇੱਕ ਕੁਐਸਚਨ ਦੇ ਨਾਲ ਨਾਲ ਜਿਹੜੇ ਫੈਕਟ ਨੇ ਉਹ ਵੀ ਤੁਹਾਨੂੰ ਮੈਂ ਨਾਲ ਨਾਲ ਕਵਰ ਕਰਵਾਉਂਦੇ ਜਾਣਾ। ਠੀਕ ਹੈ, ਤਾਂ ਕਿਹੜਾ ਸੀਗਾ ਉਸ ਟਾਈਮ? ਲॉर्ड ਲਿਨਲਿਥਗੋ, ਲॉर्ड ਵੈਲੈਸਲੀ, ਲॉर्ड ਡਲਹੌਜੀ ਜਾਂ ਲॉर्ड ਰੀਡਿੰਗ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਆਨਸਰ ਨੰਬਰ 1, ਲॉर्ड ਲਿਨਲਿਥਗੋ। ਠੀਕ ਹੈ ਜੀ, ਤਾਂ ਆਲਸੋ ਡਿਊਰਿੰਗ ਕੁਇਟ ਇੰਡੀਆ ਮੂਵਮੈਂਟ। ਤਾਂ ਕਿਉਂਕਿ ਕੁਇਟ ਇੰਡੀਆ ਮੂਵਮੈਂਟ ਵੀ 1942 'ਚ ਚੱਲੀ ਸੀ, 8 ਅਗਸਤ 1942 ਨੂੰ ਚੱਲੀ ਸੀ, ਐਗਜ਼ੈਕਟ ਡੇਟ ਯਾਦ ਰੱਖਣੀ ਹੈ। ਤਾਂ ਉਦੋਂ ਵੀ ਕੌਣ ਸੀ? ਲॉर्ड ਲਿਨਲਿਥਗੋ। ਇਹ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਕਿਉਂਕਿ ਇਹੀ ਕੁਐਸਚਨ ਆਉਣਗੇ ਤੁਹਾਨੂੰ ਮਾਡਰਨ ਹਿਸਟਰੀ 'ਚੋਂ ਜੇ ਉਹਨਾਂ ਨੇ ਪੁੱਟ ਕੀਤੇ। ਠੀਕ ਹੈ ਜੀ, ਤਾਂ ਅੱਜ ਦੇ ਸੈਸ਼ਨ ਦਾ ਲਾਸਟ ਕੁਐਸਚਨ ਹੈ, ਹੋਮ ਰੂਲ ਲੀਗ ਦੌਰਾਨ ਭਾਰਤ ਦਾ ਗਵਰਨਰ ਜਨਰਲ ਵਾਇਸਰਾਏ ਕੌਣ ਸੀ? ਇਸ ਕੁਐਸਚਨ ਦੇ ਨਾਲ ਤੁਹਾਡਾ ਇਹ ਸਾਰਾ ਕਵਰ ਹੋ ਗਿਆ। ਠੀਕ ਹੈ ਜੀ, ਕਿਉਂਕਿ ਇਹਦੇ ਨਾਲ ਰਿਲੇਟਡ ਕੁਐਸਚਨ ਆਪਾਂ ਪਿਛਲੇ ਸੈਸ਼ਨਾਂ ਦੇ ਵਿੱਚ ਵੀ ਰੱਖੇ ਹੋਏ ਨੇ। ਤਾਂ ਹੋਮ ਰੂਲ ਲੀਗ ਦੌਰਾਨ ਭਾਰਤ ਦਾ ਗਵਰਨਰ ਜਨਰਲ ਵਾਇਸਰਾਏ ਕੌਣ ਸੀ? ਹੂ ਵਾਜ਼ ਦੀ ਗਵਰਨਰ ਜਨਰਲ ਵਾਇਸਰਾਏ ਆਫ ਇੰਡੀਆ ਡਿਊਰਿੰਗ ਹੋਮ ਰੂਲ ਲੀਗ 1916। ਤਾਂ ਲॉर्ड ਲਿਨਲਿਥਗੋ, लॉर्ड ਵੈਲੈਸਲੀ, लॉर्ड ਚੈਮਸਫੋਰਡ ਜਾਂ लॉर्ड ਰੀਡਿੰਗ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਆਨਸਰ ਨੰਬਰ 3, लॉर्ड ਚੈਮਸਫੋਰਡ। ਠੀਕ ਹੈ ਜੀ, लॉर्ड ਚੈਮਸਫੋਰਡ ਸੀ, ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ। ਤਾਂ ਇੱਥੇ ਮੈਂ ਮੈਂਸ਼ਨ ਕੀਤਾ ਹੋਇਆ ਆਲਸੋ ਡਿਊਰਿੰਗ ਰੌਲਟ ਐਕਟ ਐਂਡ ਜਲਿਆਂਵਾਲਾ ਬਾਗ ਮੈਸੈਕਰ। ਤਾਂ ਜਦੋਂ ਇਹ ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਜਾਂ ਰੌਲਟ ਐਕਟ ਆਇਆ ਤਾਂ ਉਸ ਟਾਈਮ ਵੀ ਲॉर्ड ਚੈਮਸਫੋਰਡ ਸੀ, ਇਹ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ। ਠੀਕ ਹੈ ਜੀ, ਤਾਂ ਅੱਜ ਦਾ ਸੈਸ਼ਨ ਆਪਣਾ ਕੰਪਲੀਟ ਹੋ ਗਿਆ ਅੱਜ ਦੇ 10 ਕੁਐਸਚਨਸ ਦੇ ਨਾਲ। ਤਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਵੀਡੀਓਜ਼ ਨੂੰ ਲਾਈਕ ਕਰ ਦਿਆ ਕਰੋ ਅਤੇ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ। ਠੀਕ ਹੈ ਜੀ, ਜੇਕਰ ਤੁਸੀਂ ਚਾਹੁੰਦੇ ਹੋ ਆਪਣੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ 'ਤੇ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ। ਠੀਕ ਹੈ ਜੀ, ਤੇ ਵੀਡੀਓ ਨੂੰ ਕੰਟੀਨਿਊ ਦੇਖੋ, ਸਾਰੀ ਮਤਲਬ ਵੀਡੀਓ ਹੈ ਜਿਹੜੀ ਉਹ ਪੂਰੀ ਦੇਖਿਆ ਕਰੋ। ਠੀਕ ਹੈ ਜੀ, ਤਾਂ ਕਿ ਤੁਹਾਡਾ ਕੋਈ ਵੀ ਕੁਐਸਚਨ ਮਿਸ ਨਾ ਹੋ ਸਕੇ ਕਿਉਂਕਿ ਆਪਾਂ ਇੱਕ ਵੀ ਕੁਐਸਚਨ ਇਹੋ ਜਿਹਾ ਇਹਦੇ ਵਿੱਚ ਨਹੀਂ ਰੱਖਿਆ ਜਿਹੜਾ ਫਾਲਤੂ ਹੋਵੇ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਹਾਂ। ਠੀਕ ਹੈ, ਅੱਜ ਦੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।